ਪੁਲਿਸ ਕਿਉਂ ਪਈ? ਸ਼ਰਾਇਤ ਦੇ ਵਿੱਚ ਇੱਕ ਜਿਹੜੀ ਸ਼ਿਕ ਨੰਬਰ 10 जी सर। देखो ना जी सर। पुलिस की तमाम तर जिम्मेदारी मुंडब की होगी जी ये शिक नंबर 10 जी सर। ये वो शरायत है जी सिंपल लिखी गई सी ਇਹਦੀ ਫਿਰ ਤੁਸੀਂ ਅਗਰ ਕਿਸੇ ਮੇਰੀ ਗੱਲ ਦੀ ਤਸਦੀਕ ਕਰਨ ਦੀ ਜ਼ਰੂਰਤ ਹੋਵੇ ਉਹਨਾਂ ਦੇ ਮਿਰਜ਼ਾ ਸਾਹਿਬ ਦਾ ਤਾਹਰ ਸਾਹਿਬ ਦਾ ਰਜ਼ਾ ਸਾਹਿਬ ਦਾ ਵੀ ਨੰਬਰ ਮੌਜੂਦ ਆ ਪੀਰ ਅਕੀਲ ਸ਼ਾਹ ਦਾ ਨੰਬਰ ਵੀ ਮੌਜੂਦ ਆ ਚੌਧਰੀ ਇਮਰਾਨ ਗੁੱਜਰ ਦਾ ਨੰਬਰ ਵੀ ਮੌਜੂਦ ਆ ਤੁਸੀਂ ਉਹਨੂੰ ਪੁੱਛ ਕੇ ਟੈਲੀਫੋਨ ਕਰਕੇ ਉਹ ਬੰਦੇ ਉਧਰ ਦੇ ਵਜ਼ੇਦਾਰ ਬੰਦੇ ਨੇ ਚਾਹੁੰਦੇ ਆ ਕਿ ਜਿਹੜੀ ਲੋਹ ਫਲਾਏਂਗੇ ਇਹ ਤਾਂ ਫਿਰ ਇਹਦਾ ਮਤਲਬ ਖਤਮ ਹੋ ਮੇਰੀ ਨਜ਼ਰ ਜਿਸ ਕਿਸਮ ਦੀ ਗੁਫ਼ਤਗੂ ਉਹਨਾਂ ਨੇ ਕੀਤੀ ਹੈ ਨਾ ਜੀ ਸਰ ਉਸ ਵੇਲੇ ਵਕਤੀ ਜਜ਼ਬਾਤ ਤਾਂ ਉਹਨਾਂ ਨੇ ਕੀਤੇ ਉਹ ਸੱਚ ਦੂਸਰੀ ਗੱਲ ਇਹ ਅਗਰ ਤੈਅ ਲਾ ਲਈ ਸੀ ਤਾਂ ਤੁਸੀਂ ਮੁਨਸਾ ਕੋਲ ਆ ਕੇ ਬਾਜ਼ੀ ਦਾ ਮੁਤਾਲਬਾ ਕਰੋ ਵੀ ਦੇਖੋ ਜੀ ਤੈਅ ਲਾ ਲਿਓ ਆਪੇ ਦੱਸ ਦੇ ਤੈਅ ਤਾਂ ਸਲਵਾਈ ਆ ਸ਼ਰ ਦੋ ਗੱਲਾਂ ਨਾ ਪਈ ਫਜ਼ਲ ਹਸਨ ਦੇ ਉਸ ਵਾਇਸ ਮੈਸੇਜ ਤੋਂ ਜਿਹੜਾ ਉਹਨੇ ਕਿਹਾ ਜੀ ਕੂਤਰੀ ਬਹਿੰਦੀ ਫਿਰਦੀ ਤੈਅ ਲਾ ਲਈ ਇਹਨਾਂ ਨੇ ਤੇ ਸਾਡੇ ਕੋਲ ਬੰਦੇ ਸਾਲਸ ਭੇਜਦੇ ਬਿਨ ਸਮਾਜ ਵਾਸਤੇ ਜਿਹੜਾ ਪੁਲਿਸ ਵਾਲਾ ਵਕੂਆ ਹੋਇਆ ਹੈ ਇਹ ਕਿਸ ਟਾਈਮ ਹੋਇਆ ਤੇ ਵਕੂਏ ਤੋਂ ਫੌਰਨ ਬਾਅਦ ਉਹਨਾਂ ਨੇ 81 ਪੁਲਿਸ ਦੇ ਵਕੂਏ ਦੀ ਤਾਂ ਕਰ ਸਕਦਾ ਮੂਨ ਦਾ ਤੇ ਫਜ਼ਲ ਹਸਨ ਸਹੀ ਸਰ ਨਾ ਸ਼ੇਖ ਸਾਹਿਬ ਉੱਥੇ ਸੀ ਨਾ ਮੈਂ ਸੀ ਸਹੀ ਇਹ ਗੁਫ਼ਤਗੂ ਐਸੀ ਕਰਨੀ ਚਾਹੀਦੀ ਹੈ ਕੱਲ ਨੂੰ ਬੰਦੇ ਦਾ ਸਾਹਮਣਾ ਹੋ ਜਾਏ ਕਿਤੇ ਗਮੀ ਖੁਸ਼ੀ ਤੇ ਅੱਖਾਂ ਸ਼ਰਮਾਉਣ ਇਹ ਜਿਹੜੀ ਅਮਾਉਂਟ ਲਿਆਂਦੀ ਨਾ ਉਹਨਾਂ ਨੇ ਟਿਕਟੌਕ ਤੇ ਇਹ ਸਾਡੀ ਰਸਵਾਈ ਦਾ ਸਬਬ ਬਣੀ ਕਿਉਂ ਮੁਕਰੀਏ ਸੀ ਇਸ ਤਰ੍ਹਾਂ ਮੇਰੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ तमाम ਪੁੱਤਰ ਬਾਸ਼ਕੀਨਾਂ ਨੂੰ ਸਾਡੀ ਤਰਫੋਂ ਸਲਾਮ ਹੋ ਗਿਆ ਉਸਤਾਦ ਇਜਾਜ਼ ਬੁਰੇ ਹਾਲ ਜੋ ਕਿ ਸਾਡੇ ਨਾਲ ਮੌਜੂਦ ਹੈ ਦੋਸਤੋ ਅੱਜ ਸਪੈਸ਼ਲੀ ਆਏ ਆ ਉਸਤਾਦ ਹੋਰਾਂ ਕੋਲੇ ਬੜਾ ਮਜ਼ਾ ਆਇਆ ਗੱਪਸ਼ਪ ਹੋਈ ਉਸਤਾਦ ਹੋਰਾਂ ਦੇ ਨਾਲ ਤੇ ਅੱਜ ਤੁਹਾਨੂੰ ਜਿਹੜਾ ਨਾ ਅਸੀਂ ਹਵਾਲ ਸੁਣਾਵਾਂਗੇ ਇਨਸ਼ਾਅੱਲਾ ਮੈਂ ਜਿਹੜੀ ਵੀਡੀਓ ਲਾਈ ਸੀ ਬਾਈ ਮੂਨ ਦੀ ਉਹਦੇ ਵਿੱਚ ਕਾਫੀ ਸਾਰੇ ਦੋਸਤਾਂ ਨੇ ਸਾਨੂੰ ਕਮੈਂਟਸ ਕੀਤਾ ਸੀ ਕਿ ਯਾਰ ਤੁਸੀਂ ਇੱਕ ਤਰਫਾ ਜਿਹੜਾ ਤੁਸੀਂ ਇੰਟਰਵਿਊ ਕੀਤਾ ਹੈ ਭਾਈਜਾਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਕਿ ਯਾਰ ਅਸੀਂ ਕਿਸੇ ਦੇ ਫਰੀਕ ਨਹੀਂ ਹੈਗੇ ਅਸੀਂ ਸ਼ੌਕੀਨ ਹੈ ਅਸੀਂ ਸ਼ੌਕ ਦੀ ਗੱਲ ਕਰਦੇ ਹਾਂ ਸਾਨੂੰ ਜਿਹੜਾ ਭਾਈ ਸਾਡੇ ਨਾਲ ਆਏਗਾ ਅਸੀਂ ਉਹਦੀ ਵੀਡੀਓ ਬਣਾ ਕੇ ਲਾਵਾਂਗੇ ਸਾਨੂੰ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਤਲਕ ਨਹੀਂ ਸਾਰੇ ਸਾਡੇ ਵੀਰ ਭਰਾ ਜਿਹੜਾ ਸ਼ੌਕ ਨੂੰ ਪ੍ਰਮੋਟ ਕਰੇਗਾ ਉਹ ਸਾਡੇ ਨਾਲ ਹੈ ਦੋਸਤੋ ਅਗਰ ਇਸ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਨਈ ਆਉਣ ਵਾਲੀ ਵੀਡੀਓ ਨੂੰ ਬਾਸਾਨੀ ਵੇਖ ਸਕੋ अस्सलाम वालेकुम वालेकुम अस्सलाम उस्ताद मोहतरम क्या हाल है ठीक ठाक बस अल्लाह दी रहमत शुक्र अल्लाह पाक अच्छा उस्ताद मोहतरम बड़ियां सोशल मीडिया ते अफवाहां चल रही हैं ये असल हकीकत की है ये बाजियां किन्ना दियां सन पुलिस क्यों पई नहमदु अला रसूलिहिल करीम अम्मा फाद औज़ु बिल्लाहि मिनश शैतानिर रजीम बिस्मिल्लाहिर रहमानिर रहीम मैं अगे चैनल ते परसों ये बड़ी मुफसल तशरीह की है और तशरीह की उस बाद उस तशरीह की हर जिमन में मैं टच किया और टच करने तो बाद उसकी वजाहत की है दरअसल जो तुसी सवाल किया उसका सिंपल जवाब यह है कि ये बाजियाँ मेरिया और फजल हसन खान सी 11 बाजियाँ सी बाकी जी शरायत तय हुई सी वो भी तहरीरी हुई सी और वो ਸ਼ਰਾਇਤ ਦੇ ਵਿੱਚ ਇੱਕ ਜਿਹੜੀ ਸ਼ਿਕ ਨੰਬਰ ਜਿਹੜੀ ਸਾਡੀ ਹੈ ਨਾ ਜੀ ਸ਼ਿਕ ਨੰਬਰ 10 जी सर देखो ना जी सर पुलिस की तमाम तर जिम्मेदारी मुंडब की होगी जी ये शिक नंबर 10 जी सर ਇਹ ਉਹ ਸ਼ਰਾਇਤ ਹੈ ਜਿਹੜੀ ਸਿੰਪਲ ਲਿਖੀ ਗਈ ਸੀ ਇਹਦੀ ਫਿਰ ਮੈਂ ਇਤਰਾਜ਼ ਕੀਤਾ ਵੀ ਇਹਨੂੰ ਤਸ਼ਰੀਹ ਚ ਲਿਆਓ ਫਿਰ ਤਸ਼ਰੀਹ ਹੋਈ ਤਸ਼ਰੀਹ 3rd ਸਾਲ ਮੁਕਰਰ ਹੋਏ ਤਸ਼ਰੀਹ ਦੇ ਜਿਹੜੇ ਰਕਮ ਅਮਾਨਤ ਰੱਖਣ ਵਾਲੇ ਬੰਦੇ ਮੁਕਰਰ ਹੋਏ ਉਹ ਉਹਨਾਂ ਨੇ ਕੀਤੇ ਸਹੀ ਹੋ ਜਿਹਨੇ ਸਾਨੂੰ ਨਹੀਂ ਉਹਨਾਂ ਬੰਦਿਆਂ ਦਾ ਪਤਾ ਸੀ ਤਾਂ ਮੈਂ ਉਹਨਾਂ ਦੇ ਨੰਬਰ ਵੀ ਲਏ ਨੇ ਤੁਸੀਂ ਅਗਰ ਕਿਸੇ ਮੇਰੀ ਗੱਲ ਦੀ ਤਸਦੀਕ ਕਰਨ ਦੀ ਜ਼ਰੂਰਤ ਹੋਵੇ ਉਹਨਾਂ ਦੇ ਮਿਰਜ਼ਾ ਸਾਹਿਬ ਦਾ ਤਾਹਰ ਸਾਹਿਬ ਦਾ ਰਜ਼ਾ ਸਾਹਿਬ ਦਾ ਵੀ ਨੰਬਰ ਮੌਜੂਦ ਆ ਪੀਰ ਅਕੀਲ ਸ਼ਾਹ ਦਾ ਨੰਬਰ ਵੀ ਮੌਜੂਦ ਆ ਚੌਧਰੀ ਇਮਰਾਨ ਗੁੱਜਰ ਦਾ ਨੰਬਰ ਵੀ ਮੌਜੂਦ ਆ ਤੁਸੀਂ ਉਹਨੂੰ ਪੁੱਛ ਕੇ ਟੈਲੀਫੋਨ ਕਰਕੇ ਉਹ ਬੰਦੇ ਉੱਧਰ ਦੇ ਵਜ਼ੇਦਾਰ ਬੰਦੇ ਨੇ ਉਹਨਾਂ ਕੋਲ ਕਿਸੇ ਨੂੰ ਟੈਲੀਫੋਨ ਕਰਕੇ ਪੁੱਛ ਲਓ ਬਈ ਹਕੀਕਤ ਜਿਹੜੀ ਇਜਾਜ਼ ਨੇ ਬਿਆਨ ਕੀਤੀ ਕੋਈ ਇਹਦੇ ਗਲਤ ਗੱਲ ਤਾਂ ਨਹੀਂ ਜੇ ਗਲਤ ਹੈ ਮੈਂ ਦੇਣਦਾਰ ਹੋਵਾਂ ਇਸ ਵਾਸਤੇ ਇਹ ਬਾਜ਼ੀਆਂ ਜਿਹੜੀਆਂ ਨਾ ਜੀ ਇਹ ਜਿਹੜੇ ਆ ਵਾਇਸ ਮੈਸੇਜ ਤੇ ਜਿਹੜੇ ਆ ਮੀਡੀਆ ਤੇ ਇਹਨੂੰ ਲੱਖਾਂ ਰੁਪਏ ਦੀ ਬਾਜ਼ੀ ਟਿਕਟੌਕ ਤੇ ਕਹਿਣਾ ਤੇ ਬੇਸ਼ੁਮਾਰ ਐਸੇ ਗਵਰਨਮੈਂਟ ਦੇ ਕੋਲ ਐਸੇ ਸਬੂਤ ਨੇ ਜਿਹਦੇ ਤੇ ਉਹਨਾਂ ਦੇ ਕੋਲ ਰਿਟਨ ਇਹ ਚੀਜ਼ਾਂ ਟਿਕਟੌਕ ਮਿਲੀ ਟਿਕਟੌਕ ਬੇਸ਼ੁਮਾਰ ਡੀਐਸਪੀ ਸਾਹਿਬ ਨੇ ਦਿਖਾਇਆ ਜਿਹਦੇ ਚ ਬੰਦਿਆਂ ਨੇ 22 ਲੱਖ ਦੀ ਬਾਜ਼ੀ ਇਹਨੂੰ ਕਰਾ ਦਿੱਤਾ ਜਦੋਂ ਅਸੀਂ ਇੱਦਾਂ ਟਿਕਟੌਕ ਤੇ ਓਪਨਲੀ ਕਵਾਂਗੇ ਫਿਰ ਕਾਨੂੰਨ ਤੋਂ ਬਾਲਾ ਤੱਕ ਕੋਈ ਨਹੀਂ ਕਾਨੂੰਨ ਤੋਂ ਬਾਲਾ ਕੋਈ ਨਹੀਂ ਕਾਨੂੰਨ ਦੀ ਸਾਰੇ ਆ ਜਾਂਦੇ ਨੇ ਲੇਕਿਨ ਇਹ ਆ ਮਾੜੇ ਆ ਗਏ ਤਗੜੇ ਚਲੇ ਗਏ ਅੱਛਾ ਉਸਤਾਦ ਮੁਹਤਰਮ ਹੁਣ ਦੇਖੋ ਜੀ ਅੱਗੇ ਜਨਾਬ ਹੋਰਾਂ ਦਾ ਬੜਾ ਮੈਂ ਵੀ ਉਹ ਸਾਰਾ ਸੁਣਿਆ ਇੰਟਰਵਿਊ
ਸਰ ਅਸੀਂ ਤਾਂ ਸਿਰਫ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਲੋ ਫਲਾਈਂਗ ਹੈ ਇਹ ਤਾਂ ਫਿਰ ਇਹਦਾ ਮਤਲਬ ਇਹ ਖਤਮ ਹੋ ਗਿਆ। ਮੇਰੀ ਨਜ਼ਰ ਜਿਸ ਕਿਸਮ ਦੀ ਗੁਫ਼ਤਗੂ ਉਹਨਾਂ ਨੇ ਕੀਤੀ ਹੈ ਨਾ ਜੀ, ਜੀ ਸਰ। ਉਸ ਵੇਲੇ ਵਕਤੀ ਜਜ਼ਬਾਤ ਤਾਂ ਉਹਨਾਂ ਨੇ ਕੀਤੇ, ਉਹ ਸੱਚ ਉਹ ਗੁਫ਼ਤਗੂ ਮੁਨਸਫਾਂ ਦੇ ਸਾਲਸਾਂ ਦੇ ਫੈਸਲਿਆਂ ਦਾ ਰਿਐਕਸ਼ਨ ਸੀ। ਸਹੀ ਅਸਲ ਤਾਂ ਉਹਨਾਂ ਦੱਸੀ ਨਹੀਂ ਗੱਲ, ਤਾਂ ਉਹਨਾਂ ਨੂੰ ਸਾਲਸਾਂ ਨਾਲ ਕਰਨੀ ਚਾਹੀਦੀ ਹੈ ਕਿ ਤੁਸੀਂ ਅਨਾਉਂਸ ਫੈਸਲਾ ਅਨਾਉਂਸ ਕਰਨ ਤੋਂ ਪਹਿਲਾਂ ਵੀ ਸਾਨੂੰ ਤਾਂ ਪੁੱਛੋ। ਸਾਨੂੰ ਕੁਝ ਉਹਨਾਂ ਨੇ ਸਾਲਸਾਂ ਨੇ ਮੂਨ ਨੂੰ ਬੁਲਾਇਆ ਸੀ। ਰਾਏ ਅਦਰ ਸਾਹਿਬ ਤੇ ਜਿਹੜਾ ਰਾਏ ਕੁੱਕੂ ਰਾਜਾ ਇਹ ਆਏ ਸਨ ਪੰਚਾਇਤ ਦੇ ਵਿੱਚ, ਇਹ ਸਾਲਸਾਂ ਵੀ ਉੱਥੇ ਗਏ ਨੇ, ਉਹਨਾਂ ਨੂੰ ਬੁਲਾਇਆ ਤਾਂ ਉਹਨੇ ਕਿਹਾ ਜੀ ਮੂਨ ਸਾਹਿਬ ਹੈ ਨਹੀਂ, ਉਹਨਾਂ ਨੂੰ ਕਿਹਾ ਉਸ ਵੇਲੇ ਫਿਰ ਉਹਨਾਂ ਨੇ ਫੈਸਲਾ ਅਸਲ 'ਚ ਜਿਹੜਾ ਫੈਸਲਾ ਪਹਿਲੀ ਉਹ ਮੁਲਾਕਾਤ ਕਰਕੇ ਇਹਨਾਂ ਨਾਲ ਆਏ ਨਾ ਜੀ, ਪਹਿਲੀ ਮੁਲਾਕਾਤ ਪਹਿਲੀ ਗੁਫ਼ਤਗੂ ਕਰਕੇ ਆਏ, ਉਦੋਂ ਮੂਨਸੀ ਵਿੱਚ ਫਜ਼ਲ ਹਸਨ ਸੀ, ਉਹਦਾ ਗਰੁੱਪ ਪੂਰਾ ਸੀ। ਉਹ ਜਿਸ ਵੇਲੇ ਕਰਕੇ ਆਏ ਤੇ ਉਹਨਾਂ ਨੇ ਆ ਕੇ ਆਉਂਦੇ ਕਿ ਪਹਿਲਾਂ ਛਤਰੀ ਲਾਓ, ਤੁਹਾਡਾ ਅਸੀਂ ਫੈਸਲਾ ਨਿਬੇੜਦੇ, ਕਬੂਤਰ ਸ਼ਬੂਤਰ ਅਸਮਾਨ ਕੋਈ ਸਾਨੂੰ ਸ਼ਾਇਦ ਨਜ਼ਰ ਨਹੀਂ ਆਉਂਦੀ। 11:30 ਵਜੇ ਮੈਂ ਪਹੁੰਚਿਆ, ਮੈਨੂੰ ਉਹ ਤੋਂ ਲੈ ਕੇ 4 ਵਜੇ ਤੱਕ ਕੋਈ ਕਬੂਤਰ ਅਸਮਾਨ 'ਚ ਨਜ਼ਰ ਨਹੀਂ ਆਇਆ, ਨਾ ਉਹਨਾਂ ਦਾ ਨਾ ਆਪਣਾ। ਉਹਨਾਂ ਨੇ ਆ ਕੇ ਤੈਅ ਜਿਸ ਵੇਲੇ ਕਿਹਾ ਤੇ ਤੈਅ ਦਾ ਰਿਐਕਸ਼ਨ ਸ਼ਰ ਪਈ ਕਿੱਥੋਂ ਆ ਕਿ ਜਿਹੜਾ ਵਾਇਸ ਮੈਸੇਜ ਫਜ਼ਲ ਖਾਨ ਨੇ ਕੀਤਾ, ਦੇਖੋ ਜੀ ਤੈਅ ਲਾ ਲਈ ਇਹਨਾਂ ਨੇ, ਕਬੂਤਰੀ ਇਹਨਾਂ ਦੀ ਬਹਿੰਦੀ ਫਿਰਦੀ, ਉਹ ਉਹਨਾਂ ਦੀ ਬੈਠ ਗਈ ਹੈ। ਇਹ ਗੱਲ ਮੁਨਸਫਾਂ ਨੂੰ ਵੀ ਚੰਗੀ ਨਹੀਂ ਲੱਗੀ, ਉਹਨਾਂ ਦੀ ਮੌਜੂਦਗੀ ਤੇ ਗੱਲ ਹੋਈ ਹੈ। ਦੂਸਰੀ ਗੱਲ ਇਹ ਅਗਰ ਤੈਅ ਲਾ ਲਈ ਸੀ ਤਾਂ ਤੁਸੀਂ ਮੁਨਸਫਾਂ ਕੋਲ ਆ ਕੇ ਬਾਜ਼ੀ ਦਾ ਮੁਤਾਲਬਾ ਕਰੋ ਵੀ ਦੇਖੋ ਜੀ ਤੈਅ ਲਾ ਲਿਓ, ਆਪੇ ਦੱਸਦੇ ਤੈਅ ਤਾਂ ਸਲਵਾਈ ਆ। ਤੇ ਦੂਸਰੀ ਗੱਲ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੈਅ ਲਾ ਲਓ, ਇਹਨਾਂ ਨੇ ਇਨਕਾਰ ਕਰ ਦਿੱਤਾ। ਉਦੋਂ ਕਬੂਤਰ ਦੋਨੋਂ ਹੀ ਹੈ ਨਹੀਂ ਸੀ, ਇਹਦਾ ਕਬੂਤਰ 11:30 ਵਜੇ ਤੇ ਮੈਂ ਉੱਥੇ ਗਿਆ 11:30 ਵਜੇ, 4 ਵਜੇ ਇੱਕ ਕਬੂਤਰੀ ਨੰਗੀ ਹੋਈ ਹੈ ਜਿਹੜੀ ਆਪਣਾ ਬਾਸ ਗਰੁੱਪ ਸਾਡੀ ਸੀ, ਬਾਕੀ ਕੋਈ ਕਬੂਤਰ ਨਹੀਂ ਸੀ। ਇਹ ਬਿਲਕੁਲ ਗਲਤ ਗੱਲ ਆ, ਕੋਈ ਬਹਿੰਦਾ ਫਿਰਦਾ ਸੀ, ਅਸੀਂ ਆ ਕੇ ਉਹਨਾਂ ਦਾ ਬਹਿੰਦਾ ਫਿਰਦਾ ਸੀ, ਇਹਨਾਂ ਬਾਰੇ ਸਭ ਝੂਠ ਆ, ਇਹਦਾ ਕੋਈ ਹਕੀਕਤ ਆ। ਸ਼ਰ ਪਵਾਈ ਇਸ ਗੱਲ ਦੀ, ਸ਼ਰ ਦੋ ਗੱਲਾਂ ਨਾ ਪਈ ਫਜ਼ਲ ਹਸਨ ਦੇ ਉਸ ਵਾਇਸ ਮੈਸੇਜ ਤੋਂ, ਜਿਹੜਾ ਉਹਨੇ ਕਿਹਾ ਜੀ ਕਬੂਤਰੀ ਬਹਿੰਦੀ ਫਿਰਦੀ ਤੈਅ ਲਾ ਲਈ ਇਹਨਾਂ ਨੇ ਤੇ ਸਾਡੇ ਕੋਲ ਬੰਦੇ ਸਾਲਸ ਭੇਜਦੇ ਮੈਂ ਸਮਾਜ ਵਾਸਤੇ, ਖੁਦਾ ਦੀ ਕਸਮ ਦਾ ਹਕੀਕਤ ਨਾਲ ਕੋਈ ਤੱਕ ਜਿਸ ਵੇਲੇ ਅਸੀਂ ਤੈਅ ਲਾਈ ਆ, ਮੁਨਸਫਾਂ ਦੇ ਕਹਿਣ ਤੇ ਤੈਅ ਲਾਈ ਆ, ਮਾਦੀਆਂ ਦੋਨੋਂ ਜ਼ੀਰੋ ਸੀ, ਦੋਨੋਂ ਜ਼ੀਰੋ। ਤੇ ਹੁਣ ਇਸ ਗੱਲ ਦੀ ਕੀ ਆਪਾਂ ਇਹਦੀ ਤੁਹਾਨੂੰ ਮੈਂ ਦੱਸੀ ਗੱਲ ਹੈ, ਬਾਕੀ ਸ਼ਰਾਇਤ ਤਾਂ ਮੇਰੇ ਕੋਲ ਹੈਗੀ, ਪੜ੍ਹ ਲਓ। ਅੱਛਾ ਸਾਦੇ ਮੁਹਤਰਮ, ਇਹ ਜਿਹੜਾ ਪੁਲਿਸ ਵਾਲਾ ਵਕੂਆ ਹੋਇਆ ਹੈ ਇਹ ਕਿਸ ਟਾਈਮ ਹੋਇਆ ਤੇ ਵਕੂਏ ਤੋਂ ਫੌਰਨ ਬਾਅਦ ਉਹਨਾਂ ਨੇ? ਮੈਂ ਗੁਜ਼ਾਰਿਸ਼ ਕਰਾਂ ਜੀ, ਇਹਦੀ ਸਹੀ ਅਕਾਸੀ ਪੁਲਿਸ ਦੇ ਵਕੂਏ ਦੀ ਤਾਂ ਕਰ ਸਕਦਾ ਮੂਨ ਦਾ ਤੇ ਫਜ਼ਲ ਹਸਨ, ਸਹੀ ਸਰ, ਨਾ ਸ਼ੇਖ ਸਾਹਿਬ ਉੱਥੇ ਸੀ ਨਾ ਮੈਂ ਸੀ। ਸਹੀ, ਮੈਂ ਇੱਥੋਂ ਸਵੇਰੇ ਹਾਈ ਰੂਪ ਤੇ ਬੈਠਾ 10 ਵਜੇ, 11:15 ਵਜੇ ਚੀਚਾਵਤ ਨੇ ਗਿਆ ਜੀ ਸਰ। ਉੱਥੋਂ ਮੈਂ ਆਪਣੇ ਸ਼ਾਗਿਰਦ ਇੱਕ ਨੂੰ ਕਿਹਾ, ਉਹ ਸਵਾਰੀ ਲੈ ਕੇ ਉੱਥੋਂ ਮੈਂ ਰਵਾਨਾ ਹੋਇਆ ਕਸਵਾਲ ਨੂੰ, ਤੇ ਅਖਤਰ ਖਾਨ ਲਖਵੇਰੇ ਦਾ ਫੋਨ ਆਇਆ। ਉਸ ਆਖੇ ਕਿੱਥੇ ਹੋ? ਮੈਂ ਕਿਹਾ ਵੀ ਮੈਂ ਆਉਂਦਾ ਪਿਆ ਤੁਹਾਡੇ। ਉਹਨਾਂ ਕਹਿੰਦਾ ਨਾ ਹੁਣ ਤੇ ਛਾਪਾ ਪੈ ਗਿਆ, ਇਹਦਾ ਮਤਲਬ 11 ਵਜੇ ਤੋਂ ਪਹਿਲਾਂ ਛਾਪਾ ਪੈ ਗਿਆ। ਉਹਦੇ ਮੈਂ 10 ਵਜੇ ਪੈ ਗਿਆ ਤੇ ਮੈਂ ਕੀ ਵਜ੍ਹਾ? ਕਹਿੰਦਾ ਪੁਲਿਸ ਨੇ ਆ ਕੇ ਮੋਨ ਨੂੰ ਪਕੜ ਲਿਆ, ਖੁਰਮ ਨੂੰ ਪਕੜ ਲਿਆ, 6-7 ਬੰਦੇ ਹੋਰ ਫੜ ਕੇ ਲੈ ਗਏ ਨੇ, ਤੇ ਤੁਸੀਂ ਜੇ ਆਉਣਾ ਨਾ ਜ਼ਰੂਰੀ। ਮੈਂ ਕਿਹਾ ਮੈਂ ਤਾਂ ਆਵਾਂਗਾ ਤਾਂ ਜ਼ਰੂਰ, ਜੋ ਵੀ ਹੋਵੇ। ਉਹਨਾਂ ਆਖਿਆ ਮੈਂ ਤੇ ਫਜ਼ਲ ਹਸਨ ਇੱਥੇ ਪੀਰਾਂ ਨੇ ਸਾਨੂੰ ਡੇਰਾ ਦਿੱਤਾ, ਉੱਥੇ ਅਸੀਂ ਪਨਾਹ ਲਈ ਹੈ, ਤੁਸੀਂ ਉੱਥੇ ਆ ਜਾਣਾ ਇੱਥੇ ਨਾ। ਮੈਂ ਕਿਹਾ ਨਹੀਂ, ਮੈਂ ਤਾਂ ਉੱਥੇ ਜਾਵਾਂਗਾ ਜਿੱਥੇ ਸਾਡੇ ਕਬੂਤਰ ਆ। ਕੋਈ ਅਗਰ ਮੁਸੀਬਤ ਮੁਸ਼ਕਿਲ ਅੱਲਾਹ ਦੀ ਤਰਫੋਂ ਮਨਜ਼ੂਰ ਆ ਤੇ ਕੋਈ ਅਸੀਂ ਬਾਤ ਨਹੀਂ, ਸਾਰੀ ਜ਼ਿੰਦਗੀ ਪੁਲਿਸ ਨੌਕਰੀ ਵੀ ਕੀਤੀ ਆ, ਲੇਕਿਨ ਜੇ ਕੋਈ ਮੁਸ਼ਕਿਲ ਆ ਜਾਏਗੀ ਤਾਂ ਉਹ ਵੀ ਚੱਲ ਲਾਂਗੇ। ਸਾਰੇ ਬੰਦੇ ਜੋ ਮੂੰਹ ਜੋ ਅੰਦਰ ਆ ਤੇ ਦੂਸਰੇ ਸਾਡਾ ਘਰ ਮਤਲਬ ਮੈਨੂੰ ਤੇ ਦੇਣਗੇ ਤੇ ਕੀ ਅਸੀਂ, ਮੈਂ ਇਹ ਗੱਲ ਕੀਤੀ ਹੈ। ਤੇ ਉਹ ਜਿਹੜੀ ਗੁਫ਼ਤਗੂ ਦੇਖੋ ਨਾ, ਜਿਹੜੀ ਉਹਨਾਂ ਨੇ ਗੁਫ਼ਤਗੂ ਕੀਤੀ ਨਾ, ਇਹ ਕੋਈ ਇਹ ਗੁਫ਼ਤਗੂ ਐਸੀ ਕਰਨੀ ਚਾਹੀਦੀ ਹੈ, ਕੱਲ ਨੂੰ ਬੰਦੇ ਦਾ ਸਾਹਮਣਾ ਹੋ ਜਾਏ ਕਿਤੇ ਗਮੀ ਖੁਸ਼ੀ ਤੇ ਅੱਖਾਂ ਸ਼ਰਮਾਉਣ। ਮੂਨ ਡੱਬ ਸਾਹਿਬ ਨੇ ਅੱਜ ਤੱਕ ਜੀ ਸਰ ਜਿੰਨੀਆਂ ਵੀ ਗੁਫ਼ਤਗੂ ਕੀਤੀਆਂ ਹੋਣਗੀਆਂ, ਉਹਨਾਂ ਨੇ ਸ਼ੇਖ ਹੁਸਨੈਨ ਦੀ ਤਾਰੀਫ ਦੇ ਪੁਲੰਦੇ ਬੰਦੇ ਤਾਰੀਫ, ਬਿਲਕੁਲ ਸਰ, ਮੇਰੇ ਨਾਲ ਕਿ ਜਨਾਬ ਇਹਨਾਂ ਨਾਲ ਦਾ ਪ੍ਰਮੋਟ ਕਰਨ ਵਾਲਾ, ਇਹਨਾਂ ਨਾਲ ਦਾ ਮੁਖੱਯਰ, ਇਹਨਾਂ ਨਾਲ ਦਾ ਕਬੂਤਰ ਪਰਵਰ ਸਾਨੂੰ ਨਹੀਂ ਮਿਲਿਆ ਕੋਈ। ਬਿਲਕੁਲ ਐਵੇਂ ਗੱਲ ਹੈ। ਉਹਨਾਂ ਦੀ ਆਖਰ ਤੱਕ ਤੁਸੀਂ ਕਿਸੇ ਵੀਡੀਓ ਨੂੰ ਕੱਢ ਲਓ, ਇਹ ਗੱਲ ਉਹਨਾਂ ਮੈਨੂੰ ਅੱਛੀ ਨਹੀਂ ਲੱਗੀ ਜਿਹੜੀ ਉਹਨਾਂ ਨੇ ਕਿਹਾ ਵੀ ਮੇਰੀ ਬਾਜ਼ੀ ਮੀਆਂ ਹੁਸਨੈਨ ਦੇ ਨਾਲ 22 ਲੱਖ ਦੀ, 11 ਲੱਖ ਦੀਆਂ, 2-2 ਲੱਖ ਦੀਆਂ ਬਾਜ਼ੀਆਂ। ਇਹ ਕਾਨੂੰਨੀ ਤੌਰ ਤੇ ਅਸੀਂ ਇਹਨਾਂ ਨੇ ਵੀ ਲਾਈ ਆ, ਹੋਰਾਂ ਬੰਦਿਆਂ ਨੇ ਵੀ ਲਾਈ। ਇਹ ਜਿਹੜੀ ਅਮਾਊਂਟ ਲਿਆਂਦੀ ਨਾ ਉਹਨਾਂ ਨੇ ਟਿਕਟੌਕ ਤੇ, ਸਾਡੀ ਰਸਵਾਈ ਦਾ ਸਬਬ ਬਣੀ। ਕਿਉਂ ਮੁਕਰੀਏ ਸੀ ਇਸ ਤਰ੍ਹਾਂ? ਹੋਰ ਪੁਲਿਸ ਵਾਲੇ ਕੋਈ ਹੋਰ ਜਗ੍ਹਾ ਤੇ ਨਹੀਂ ਸ਼ੌਕ ਕਰਦੇ ਲੋਕੀ, ਸਿੰਪਲ ਸ਼ੌਕ ਹੋ ਰਿਹਾ, ਕੋਈ ਨਹੀਂ ਪੁੱਛਦਾ। ਇਸ ਵਾਸਤੇ ਨਾ ਜੀ ਇਹ ਚੀਜ਼ਾਂ ਜਿਹੜੀਆਂ ਨਾ, ਜਿਹੜੀਆਂ ਅਸੀਂ ਰਕਮ ਦਾ ਨਮਾਇਸ਼ ਕੀਤੀ, ਰਕਮ ਦੀ, ਇਸ ਨਮਾਇਸ਼ ਨੇ ਸਾਨੂੰ ਰੁਸਵਾ ਵੀ ਕੀਤਾ, ਸਾਨੂੰ ਕਾਨੂੰਨ ਦੀ ਗ੍ਰਿਫਤ 'ਚ ਲਿਆਂਦਾ। ਹੁਣ ਅਸੀਂ ਲੱਖ ਜੋ ਮਰਜ਼ੀ ਕਰੀ ਜਾਈਏ, ਲੱਖ ਕਹੀ ਜਾਈਏ, ਸਾਡੀ ਤੋਹੀਨ ਤਾਂ ਜ਼ਿਆਦਾ ਉਹਨਾਂ ਦੀ ਹੋਈ ਜਿਹੜੇ ਮਹਿਮਾਨ ਨੇ। ਜੀ ਬਿਲਕੁਲ, ਅਸੀਂ ਤਾਂ ਮਹਿਮਾਨ ਸੀ। ਇਸ ਵਾਸਤੇ ਸਾਡਾ
ਔਰ ਆਪਣਾ ਤਹਫਜ਼ ਕਰਨ 'ਚ ਨਾਕਾਮੀ ਦੀ ਤਾਂ ਸਾਰੀ ਹੈ ਉਹਨਾਂ ਦੇ ਖਾਤੇ ਪੈਂਦੀ। ਔਰ ਜਿਹੜੀ ਬਾਜ਼ੀ ਉਹਨਾਂ ਨੇ ਸਾਨੂੰ ਸਾਲਸਾਂ ਨੇ ਦਿੱਤੀ ਹੈ ਨਾ ਜੀ, ਉਹ ਹਰਗਜ਼ ਇਸ ਗੱਲ ਤੋਂ ਨਹੀਂ ਦਿੱਤੀ ਕਿ ਬਾਜ਼ੀ ਉਡਾ ਕੇ ਦਿੱਤੀ ਹੈ। ਉਹਨਾਂ ਨੇ ਬਾਜ਼ੀ ਉਹਨਾਂ ਦੇ ਰਵੱਈਏ ਤੋਂ ਦਿੱਤੀ। ਰਵੱਈਏ ਤੋਂ ਕੀ ਮਤਲਬ ਕਿ ਜਿਸ ਵੇਲੇ ਵਾਇਸ ਮੈਸੇਜ ਦੋ ਸੁਣਾਏ, ਪਹਿਲਾ ਵਾਇਸ ਮੈਸੇਜ ਇਹ ਵੀ ਕਬੂਤਰੀ ਇਹਨਾਂ ਦੀ ਪੈਂਦੀ ਫਿਰ ਤਹਿ ਲਾਤੀ ਹੈ। ਉਸ ਵੇਲੇ ਤਹਿ ਸਾਲਸਾਂ ਦੇ ਕਹਿਣ ਤੇ ਲੱਗੀ ਸੀ, ਕੋਈ ਕਬੂਤਰ ਅਸਮਾਨ 'ਚ ਡੁੱਬੇ ਸੀ, ਨਜ਼ਰ ਵੀ ਨਹੀਂ ਆ ਰਹੇ ਸੀ। ਇਹ ਉਹਦਿਆਂ ਨੇ ਤਸਦੀਕ ਹੋ ਚੁੱਕਾ, ਮੁਨਸਫਾਂ ਦਾ ਨਜ਼ਰ ਆ ਰਹੀ। ਦੂਸਰੇ ਉਹਨਾਂ ਕਿਹਾ ਵੀ ਇਹ ਜਿਹੜੀ ਪੰਚਾਇਤ ਉਹਨਾਂ ਨੂੰ ਮੁਜ਼ਾਕਰਾਤ ਕਰਨ ਗਈ, ਜਿਨ੍ਹਾਂ ਨੇ ਬਾਜ਼ੀ ਨੂੰ ਵਾਈਂਡ ਅਪ ਕਰਨਾ ਸੀ ਜਾਂ ਇਹਨਾਂ ਨੂੰ ਲਾਇਆਮਲ ਅੱਛਾ ਬਣਾਉਣਾ, ਅਸੀਂ ਇਖਤਿਆਰ ਦੇਤਾ ਜੋ ਮਰਜ਼ੀ ਕਰ ਦਿਓ। ਉਹ ਜਿਸਲੇ ਗਏ ਤੇ ਉਹਨਾਂ ਨੂੰ ਉੱਥੇ ਫਿਰ ਜਿਸਲੇ ਵਾਪਸ ਆਏ ਤਾਂ ਵੈਸ ਮੈਸੇਜ ਆ ਗਿਆ ਕਿ ਜਨਾਬ ਸਾਡੀ ਮਿਹਨਤ ਸਮਾਜ ਵਾਸਤੇ ਇਹਨਾਂ ਨੂੰ ਭੇਜ ਦਿੱਤਾ। ਯਾਰ ਅਫਸੋਸ ਦੀ ਬਾਤ ਆ, ਇਹ ਤਾਂ ਉਹ ਬੰਦੇ ਨੇ ਜਿਹੜੇ ਤੁਹਾਡੇ ਕੋਲ ਗਏ ਨੇ, ਜਿਹੜੇ ਤੁਸੀਂ ਮੁਕਰਰ ਕੀਤੇ ਨੇ ਵੀ ਅਗਰ ਕੋਈ ਤਨਾਜ਼ਾ ਬਣ ਜਾਏਗਾ ਤੇ ਸਾਡਾ ਫੈਸਲਾ ਕਰਨਗੇ। ਤੇ ਇਹਦੇ ਚ ਕਿ ਅਸੀਂ ਕਦੋਂ ਮਿਹਨਤ ਸਮਾਜ ਕਾਹਦੀ ਕਰਨੀ ਸੀ ਕਿਸੇ ਗੱਲ ਦੀ, ਕਬੂਤਰ ਨਜ਼ਰ ਨਹੀਂ ਆ ਰਿਹਾ। ਇਸ ਵਾਸਤੇ ਉਹਨਾਂ ਨੇ ਇਹ ਗੱਲ ਬੜੀ ਮਹਿਸੂਸ ਕੀਤੀ ਕਿ ਵੀ ਇਹ ਗੱਲ ਉਹਨਾਂ ਨੂੰ ਗੈਰ ਜ਼ਿੰਮੇਦਾਰਾਂ ਤੇ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ। ਇੱਕ ਤਾਂ ਉਹਨਾਂ ਨੇ ਕਿਹਾ ਸਾਡੇ ਕਹਿਣ ਤੇ ਤੈਅ ਨਹੀਂ ਲਾਈ, ਇਹ ਗੁੱਸਾ ਕੀਤਾ। ਦੂਸਰੀ ਗੱਲ ਜਿਹੜੀ ਐਸ ਮੈਸੇਜ ਨੇ ਉਹਦੇ 'ਚ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕਰਦੇ ਹੋਇਆ ਇਹ ਅਨਾਉਂਸ ਕੀਤਾ। ਮਿਰਜ਼ਾ ਰਜ਼ਾ ਨੇ ਅਨਾਉਂਸ ਕੀਤਾ ਜਿਹੜਾ 3rd ਸਾਲ ਸੀ ਕਿ ਬਈ ਇਹ ਇਹਨਾਂ ਦਾ ਤਹਫਜ਼ ਕਰਨ ਔਰ ਇਹਦਾ ਵੀ ਕੋਈ ਗਾਰੰਟੀ ਨਹੀਂ ਸੀ ਕਿਸੇ ਨੇ। ਹੁਣ ਤਾਂ ਗੱਲ ਕਹਿ ਰਹੇ ਨਾ ਬੰਦੇ, ਸਵੇਰ ਦੀ ਬਾਜ਼ੀ ਦੀ ਕੋਈ ਬੰਦਾ ਕਹਿ ਰਿਹਾ ਸੀ ਕਿ ਛੱਡੋ ਵੀ ਤੁਸੀਂ, ਮੈਂ ਜ਼ਿੰਮੇਦਾਰ ਨਹੀਂ, ਕੋਈ ਬੰਦਾ ਜ਼ਿੰਮੇਦਾਰ ਨਹੀਂ ਬਣ ਰਿਹਾ ਸੀ। ਐਸਐਚਓ ਨੇ ਸਾਫ਼ ਕਹਿਤਾ ਸੀ ਬਾਜ਼ੀ ਛੱਡੀ ਕਾਨੂੰਨੀ ਕਾਰਵਾਈ ਕਰਾਂਗਾ। ਮਸਜਿਦ 'ਚ ਵੀ ਐਲਾਨ ਆ ਕੇ ਅਗਲੇ ਨੇ ਕਰਾਤਾ। ਇਸ ਵਾਸਤੇ ਪਰਦੇਸੀ ਬੰਦੇ ਜਿਹੜੇ ਨਾ ਜਿਹੜੇ ਬਾਹਰ, ਉਹ ਤਾਂ ਠੀਕ ਹੈ, ਮੁਕਾਮੀ ਬੰਦੇ ਆ ਗਏ ਤੇ ਚਲੇ ਗਏ, ਉਹਨਾਂ ਨੂੰ ਕੋਈ ਮਸਲਾ ਨਹੀਂ ਪੈਦਾ ਹੋਇਆ। ਦੂਸਰੇ ਲੋਕ ਜਿਹੜੇ 20 ਤਾਰੀਖ ਤੋਂ ਲੈ ਕੇ 23 ਤਾਰੀਖ ਤੱਕ ਜੇਲ੍ਹ 'ਚ ਰਹੇ ਨੇ ਜੀ, ਇਹ ਉਹਨਾਂ ਨੂੰ ਪੁੱਛੋ ਵੀ ਉਹਨਾਂ ਕੀ ਬੀਤੀ। ਜਿਹੜੀ ਸਭ ਤੋਂ ਬੜੀ ਇਹਨਾਂ ਦੀ ਮੈਂ ਸਮਝਦਾ ਕਿ ਜਿਹੜੀ ਕਾਬਿਲ ਤਾਰੀਫ ਬਾਤ ਆ, ਉਹ ਜਿਹੜੇ ਮੁਅੱਜ਼ਿਨ ਨੇ ਜਿਹੜੇ, ਉਹਨਾਂ ਦੀ ਮੈਂ ਬਾਤ ਕਰ ਰਿਹਾ ਕਿ ਉਹਨਾਂ ਨੇ ਇਹਨਾਂ ਨੂੰ ਜੇਲ੍ਹ ਜਾਣ ਤੋਂ ਬਚਾਇਆ। ਜਿਸ ਵੇਲੇ ਅਦਾਲਤ ਨੇ ਜੁਡੀਸ਼ੀਅਲ ਭੇਜ ਦਿੱਤੇ ਨਾ ਜੀ, ਇਹਨਾਂ ਨੇ ਬਤੌਰ ਰਾਹਦਾਰੀ ਥਾਣੇ ਬੰਦ ਕਰਵਾ ਲਏ। ਅੱਛਾ, ਦੂਸਰੀ ਗੱਲ ਮੈਂ ਕਹਿ ਰਿਹਾ ਸੀ, ਹੁਣ ਇਹ ਜਾਣਾ ਇਹਨਾਂ ਦੀ ਜੇਲ੍ਹ ਜ਼ਰੂਰ ਹੈ, ਕੋਈ ਸੁਪਰਡੈਂਟ ਨਾਂ ਦੇ ਬੰਦੀ ਰੋਕਤਾਰ, ਲੇਕਿਨ ਇਹਨਾਂ ਨੇ ਆਪਣੇ ਅਸਲ ਰਸੂਖ ਨਾਲ ਅਦਾਲਤ ਦੇ ਵਿੱਚੋਂ ਐਸਐਚਓ ਦਾ ਰੋਕਤਾਰ ਬਣਾ ਕੇ 23 ਤਾਰੀਖ ਨੂੰ ਸ਼ਾਮ ਨੂੰ ਥਾਣੇ 'ਚ ਰਹਾ ਕਰਾਇਆ 6 ਬੰਦਿਆਂ ਨੂੰ। ਇਹ ਬੜੀ ਅੱਛੀ ਜਿਹੜੀ ਚੀਜ਼ ਅੱਛੀ ਤਾਂ ਅੱਛੀ ਕਰਨੀ ਚਾਹੀਦੀ। ਹੁਣ ਤੁਸੀਂ ਵੈਸੇ ਤੇ ਬਿਹਤਰ ਤੇ ਸੀ ਜੀ ਕਿ ਸਾਡੇ ਕੋਲ ਕਾਲ ਪੁੱਛਣ ਦੀ ਬਜਾਏ ਉਹ ਜਿਹੜਾ 3rd ਸਾਲ ਸਾਹਿਬ ਮਿਰਜ਼ਾ ਰਜ਼ਾ ਸਾਹਿਬ ਨੰਬਰ ਵਾਲਾ ਮੈਂ ਤੁਹਾਨੂੰ ਦੇ ਦਿਆਂਗਾ, ਉਹਨੂੰ ਵੀ ਪੁੱਛ ਲਓ, ਉਹਦਾ ਇੰਟਰਵਿਊ ਕਰ ਲਓ ਵੀ ਆਇਆ ਇਜਾਜ਼ ਜਿਹੜੀ ਗੱਲ ਕਰ ਰਿਹਾ ਕੋਈ ਗਲਤ ਤਾਂ ਨਹੀਂ ਕਰ ਰਿਹਾ, ਤੁਹਾਨੂੰ ਪਤਾ ਲੱਗ ਜਾਏਗਾ। ਸਰ ਜੀ ਅਸੀਂ ਜਿਹੜਾ ਨਾ ਫਰੀਕ ਨਹੀਂ ਹੈਗੇ, ਅਸੀਂ ਤਾਂ ਸਿਰਫ ਸ਼ੌਕ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਜਿਹੜੀ ਹੁਣ ਮੌਜੂਦਾ ਸੂਰਤ ਹਾਲ ਹੈ, ਇਹ ਤਾਂ ਸਾਰਾ ਇਹਦਾ ਮਤਲਬ ਹੈ ਕਿ ਸ਼ੌਕ ਬਿਲਕੁਲ ਫਨਾ ਹੋ ਗਿਆ। ਦੇਖੋ ਜੀ, ਜਦ ਇਤਨਾ ਬੜਾ ਸ਼ੌਕ ਜ਼ਵਾਲ 'ਚ ਚਲਾ ਗਿਆ, ਮੈਂ ਤਾਂ ਅੱਗੇ ਕਿਹਾ ਵੀ ਜਿਹੜੇ ਸਾਡੇ ਗਰੁੱਪਾਂ ਦੇ ਮੈਸੇਜ ਨੇ ਇਹ ਸਾਡੀ ਤਨਾਜ਼ਾ, ਲੜਾਈ, ਝਗੜਾ, ਬਹੁਤ ਕਿਸਮ ਦੀ ਗਲਤ ਕਿਸਮ ਦੀ ਗੁਫ਼ਤਗੂ, ਚਲੋ ਇਸ ਬਾਤ ਤੋਂ ਹਟ ਕੇ ਕਰ ਰਹੇ ਨੇ। ਲੇਕਿਨ ਚੂੰਕਿ ਉਹ ਬੰਦੇ ਹੋਰ ਤਰਜ਼ ਦੇ ਹੁੰਦੇ ਆ, ਉਹਨਾਂ ਨੂੰ ਕੋਈ ਫਿਕਰ ਨਹੀਂ। ਇਹ ਜਿਹੜੇ ਜਿਸ ਲੈਵਲ ਦੇ ਇਹ ਬੰਦੇ ਸੀ, ਜਿਸ ਕੈਲੀਬਰ ਦੇ ਇਹ ਬੰਦੇ ਸੀ, ਇਹਨਾਂ ਨੂੰ ਜ਼ੇਬ ਨਹੀਂ ਦਿੰਦਾ। ਇਹਨਾਂ ਦਾ ਮੁਕਾਮ ਹੋਰ ਸੀ। ਬਿਲਕੁਲ, ਤੁਸੀਂ ਆਖੋ ਵੀ ਹੁਣ ਇਹ ਬੰਦੇ ਕਰਨ ਗੱਲ ਤੇ ਨਹੀਂ, ਹੋਰ ਸੀ, ਇਹਨਾਂ ਦਾ ਮਰਤਬਾ ਹੋਰ ਸੀ। ਇਹਨਾਂ ਦਾ ਸ਼ੌਕ ਦੇ ਹਵਾਲੇ ਨਾਲ ਇਹ ਮਤਲਬ ਇੱਕ ਮੁਕਾਮ ਰੱਖਦੇ ਸਨ। ਬਿਲਕੁਲ, ਇਹਨਾਂ ਦਾ ਇੱਕ ਨਾਮ ਸੀ, ਇੱਕ ਜਿਹੜਾ ਇਹਨਾਂ ਨੂੰ ਇਹੋ ਜਿਹੀ ਗੁਫ਼ਤਗੂ ਕਰਨ ਪੂਰੇ ਪੰਜਾਬ ਦੇ ਵਿੱਚ ਸਾਰਾ ਖਾਮੋਸ਼ੀ ਇਖਤਿਆਰ ਕਰਦੇ ਤੇ ਬੈਠ ਕੇ ਇਹਨੂੰ ਕਹਿੰਦੇ ਵੀ ਦੋਨੋਂ ਫਰੀਕ ਮਿਲ ਕੇ ਆਪਣੀ ਹੱਦ ਤੱਕ ਹੋਈ ਆ। ਮੂਨ ਨੂੰ ਵੀ ਲੈ ਗਏ, ਤੁਹਾਡੇ ਬੰਦਿਆਂ ਨੂੰ ਵੀ ਲੈ ਗਏ ਨੇ ਜੀ ਸਰ। ਆਪਣੀ ਹੱਦ ਤੱਕ ਹੋਈ, ਆਪਾਂ ਮਿਲ ਕੇ ਕੋਈ ਲਾਇਆਮਲ ਬਣਾਈਏ ਜਿਸ ਨਾਲ ਆਪਾਂ ਵੀ ਸੇਫ ਰਹਿੰਦਾ ਹੋਈਏ ਤੇ ਆਪਾਂ ਆਪਣੇ ਸਾਥੀਆਂ ਨੂੰ ਵੀ ਸੇਫ ਕਰ ਸਕੀਏ ਤੇ ਦੂਸਰੇ ਜਿਹੜੇ ਸ਼ੌਕੀਨ ਲੋਕ ਉਹਨਾਂ ਦੀ ਵੀ ਸੇਫਟੀ ਹੋਵੇ। ਚਾਹੀਦਾ ਤਾਂ ਇਹ ਬਾਤ ਸੀ ਕਰਨੀ ਔਰ ਲੋਕਾਂ ਨੇ ਐਪਰੀਸ਼ੀਏਟ ਕਰਨੀ ਸੀ। ਬਿਲਕੁਲ, ਸ਼ੁਰੂ ਕਰਤਾ ਕੰਮ ਜਿਹੜਾ ਇਹ ਮੈਨੂੰ ਨਹੀਂ ਪਸੰਦ ਆਈ ਗੱਲ। ਹੁਣ ਦੇਖੋ ਨਾ ਜੀ, ਮੈਂ ਸਮਝਦਾ ਵੀ ਅੱਜ ਤੱਕ ਮੈਂ ਇੱਕ ਬੰਦੇ ਦੀ ਤਾਰੀਫ ਕਰਦਾ ਰਹਾਂ, ਇੱਕ ਦਿਨ ਜੀ ਮੈਂ ਬਦਲ ਕੇ ਉਹਨੂੰ ਬੇਈਮਾਨ ਬਣਾ ਦੇਵਾਂ। ਉਹ ਅਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਜ਼ੇਬ ਨਹੀਂ ਦਿੰਦੀਆਂ, ਸਾਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ। ਜੇ ਤਾਂ ਸਾਡੀ ਤਰਫੋਂ ਕਿਸੇ ਨੇ ਕੀਤੀ ਤਾਂ ਮੈਂ ਹੁਣ ਵੀ ਮਦਦ ਕਰ, ਅਗਰ ਕੀਤੀ ਕੋਈ ਸਾਬਤ ਕਰ ਦੇ ਵੀ ਸਾਡੇ ਬੰਦੇ ਨੇ ਕੋਈ ਐਸੀ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ, ਉਹਨਾਂ ਦੀ ਗੁਫ਼ਤਗੂ ਕੀਤੀ, ਤੇ ਕਿਰਦਾਰ ਕਸ਼ੀ ਕਰਨਾ ਇੱਕ ਮਾਮੂਲੀ ਬਾਤ, ਕੋਈ ਬੰਦਾ ਐਵੇਂ ਕਰ ਕੋਈ ਵੀ ਕਰ ਦਿੰਦਾ। ਸਾਡੇ ਚੋਂ ਮੈਂ, ਸ਼ੇਖ ਸਾਹਿਬ ਜਾਂ ਦੀਗਰ ਦੋਸਤ, ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਜਿਹੜਾ ਉਹਨਾਂ ਦੀ ਸ਼ਾਨ ਦੇ ਖਿਲਾਫ ਬਾਤ। ਅਸੀਂ ਹਮੇਸ਼ਾ ਇਹ ਗੱਲ ਕੀਤੀ ਆ ਸਾਨੂੰ ਕਿ ਜੋ ਤੁਸੀਂ ਕਰਦੇ ਹੋ ਸਾਨੂੰ ਕਾਬਿਲ ਕਬੂਲ ਆ। ਅਗਰ ਤੁਸੀਂ ਬਾਜ਼ੀ ਦਾ ਕਹਿੰਦੇ ਹੋ, ਅਗਰ ਤੁਸੀਂ ਸਾਨੂੰ ਤਫਜ਼ ਦਿੰਦੇ ਹੋ, ਯਕੀਨ ਦਾ ਨਹੀਂ ਕਰਾਉਂਦੇ ਹੋ, ਅਸੀਂ ਬਾਜ਼ੀਆਂ ਛੱਡਣ ਵਾਸਤੇ ਆਏ ਹਾਂ। ਇਹ ਤਾਂ ਨਹੀਂ ਵੀ ਬਾਜ਼ੀਆਂ ਛੱਡਣ ਵਾਸਤੇ ਨਹੀਂ, ਖੇਲ ਹਾਰ ਜਿੱਤ ਖੇਲ ਦਾ ਹਿੱਸਾ। ਬਿਲਕੁਲ, ਪਤਾ ਨਹੀਂ ਕੀ ਨਤੀਜਾ ਨਿਕਲਣਾ ਸੀ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਛੋਟੀ ਜਿਹੀ ਦੇ ਦਿੰਦਾ, ਸ਼ਹਿਰ ਫਰੀਦ ਦੇ ਹਵਾਲੇ ਨਾਲ ਹੀ ਮੇਰੇ ਨਾਲ ਸਾਹਮਣੇ ਬਾਤ ਹੋਈ। ਫਰੀਦ 'ਚ ਚੌਧਰੀ ਅਤਾਉल्लाह ਗੁੱਜਰ, ਪੀਰ ਸਲਮਾਨ ਸ਼ਾਹ ਦੀਆਂ ਬਾਜ਼ੀਆਂ
ਅਨਾਉਂਸ ਹੋਈਆਂ 20 ਬਾਜ਼ੀਆਂ। ਜੀ ਸਰ। ਚੌਧਰੀ ਅਤਾਉल्ला ਗੁੱਜਰ ਦੀ ਹਮਾਇਤ ਬੌਸ ਗਰੁੱਪ ਕਰ ਰਿਹਾ ਸੀ। ਅੱਛਾ ਜੀ। ਪੀਰ ਸਲਮਾਨ ਸ਼ਾਹ ਸਾਹਿਬ ਦੀ ਹਮਾਇਤ ਸ਼ਹਾਦਤ ਖਾਨ ਵਗੈਰਾ ਕਰਦੇ ਸੀ। ਅੱਛਾ ਜੀ। ਅਗਰ ਰਕਬੇ ਦੇ ਲਿਹਾਜ਼ ਨਾਲ ਦੇਖੀਏ ਨਾ ਜੀ, ਜੀ ਸਰ। ਤੇ ਜੋਈਆ ਕੌਮ ਦੇ ਵਿੱਚੋਂ ਸ਼ਹਿਰ ਫਰੀਦ ਦੇ ਚ ਰਕਬੇ ਦੇ ਲਿਹਾਜ਼ ਨਾਲ ਉਹਨਾਂ ਦਾ ਵਾਲਦ ਬੜਾ ਆਦਮੀ, ਬਿਲਕੁਲ, ਤੇ ਬੜਾ ਵੀ ਆਦਮੀ ਆ ਔਰ ਬਾਅਸਰ ਆਦਮੀ ਸਿਆਸੀ ਤੌਰ ਤੇ। ਅੱਛਾ ਜੀ। ਇਸੇ ਤਰ੍ਹਾਂ ਦੂਸਰੇ ਫਰੀਕ ਵੱਲ ਦੇਖੀਏ, ਉਹ ਚ ਬਦਰ ਖਾਂ ਲਖਵੇਰਾ, ਉਹ ਵੀ ਆਪਣੇ ਇਲਾਕੇ ਦੇ ਵਿੱਚ ਅਸਰ ਰਸੂਖ ਵਾਲਾ ਔਰ ਬਲਕਿ ਬੜੀ ਜੁਰਤ ਵਾਲੀ ਗੱਲ ਕਰਨ ਵਾਲਾ ਬੰਦਾ। ਬਿਲਕੁਲ। ਔਰ ਜਿਹੜੀ ਉਹਨਾਂ ਨੂੰ ਅੱਲਾ ਜ਼ਿੰਦਗੀ ਕਰੇ ਤਾਂ ਉਹਨਾਂ ਦੀ, ਅਗਰ ਕੱਲ ਨੂੰ ਕੁਝ ਹੋ ਗਿਆ ਨਾ, ਖੁਦਾ ਦੀ ਕਸਮ, ਉੱਥੇ ਕਿਸੇ ਦੀ ਕੋਈ ਵੈਲਿਊ ਨਹੀਂ। ਬਿਲਕੁਲ। ਇਹ ਬੰਦੇ ਗੁਫ਼ਤਗੂ ਕਰ ਸਕਦੇ ਨੇ, ਇਹਨਾਂ ਦਾ ਅਸਰ ਰਸੂਖ। ਦੇਖੋ ਨਾ ਜੀ, ਫਟੀਕਾਂ ਆਏਗਾ ਦੀ ਖਿਦਮਤ, ਇੰਤਜ਼ਾਮੀਆਂ ਦੀ, ਪਟਵਾਰੀ ਦੀ, ਤਹਿਸੀਲਦਾਰ ਦੀ, ਇਹ ਖਿਦਮਤ ਜਿਹੜੀ ਨਾ, ਇਹ ਸਾਡੇ ਕੰਮ ਹੁੰਦੀ ਹੈ। ਇਹ ਜਦੋਂ ਬਾਜ਼ੀਆਂ ਉੱਡ ਰਹੀਆਂ ਨਾ, 8-9 ਬਾਜ਼ੀਆਂ ਉੱਡ ਗਈਆਂ ਤੇ 7-8 ਬਾਜ਼ੀਆਂ ਪੀਰ ਸਲੇਮਾਨ ਸ਼ਾਹ ਜਿੱਤ ਚੁੱਕਾ, 7 ਜਾਂ 8। ਅੱਛਾ। ਤੇ ਮੁਹੰਮਦ ਖਾਨ ਸ਼ਾਦਕ ਖਾਨ ਦਾ ਬੜਾ ਭਾਈ ਸਹੀ। ਨਵਾਬ ਮਦਰ ਖਾਨ ਦੇ ਕੋਲ ਆ ਗਿਆ। ਮੈਂ ਉੱਥੇ ਬੈਠਾ ਸੀ ਪਹਿਲਾਂ। ਅੱਛਾ। ਉਹਨੇ ਕਿਹਾ ਚਾਚਾ ਜੀ, ਤੇ ਉਹਨਾਂ ਅਦਬੋ ਇਤਰਾਮ ਤੋਂ ਉਹਨਾਂ ਬੜਾ ਆਪਸ ਵਿੱਚ। ਜੀ ਬਿਲकुल। ਉਹ ਸ਼ੌਕ ਦੀ ਤਾਂ ਹੋਏਗੀ, ਮੁਖਾਲਫਤ ਸ਼ਰੀਕਾ ਵੀ ਹੋਏਗਾ, ਜੀ ਬਿल्कुल, लेकिन अदब एहतराम उन्होंने है आपस में। बिल्कुल। मोहम्मद खान आया, मैं मेरी मौजूदगी मदर खान कहने लगा चाचा ऐलान किया SHO साहब ने, सुना तो उन्होंने कभी सुनिया। लाशारी साहब उत्थे शहर फरीद SHO से की उन्होंने क्या भी, उन्होंने क्या भी बाजी छड़ी था, बहुत सख्त एक्शन लूँगा। तो चाचा नाले उन्होंने क्या पकड़ के ले जाएंगे, तो चाचा कितने अपनी हद तक ना हो जाए बरादरी की अपना। उन्हें क्या, मोहम्मद खान तू मेरा भतीजा, जा चले जा, ये मैं आपे गल कर। बड़ी अच्छी पीर सलमान शाह ने साहब ने मैंने बुला के कहा कि ये जड़ा SHO की मुदाखलत है ना जी, मैनू जड़ा ना शक शेख साहब ने की। मैं वो किस तरह, वो तो हर रहे ने, एक बंदा 10 बाजियों जो 8-7-18 बैठा, वो अगर करन तो बाजियां स्टॉप हो जाएंगियां, तो पल्ले की रही गल, हार लैके करन को जाता। इस वास्ते गल कोई वो करो जी बनती जुड़ती। वो कहते जी ये जो DPO ना बहावल नगर का, ये तो RPO साहब बहावलपुर के, ये तो शेख साहब की मैं तस्वीर देखी सी। मैं कहा यार तस्वीर तो होणगियां, लेकिन शाह जी ये गल दिल नहीं लग रही कि एक बंदा एक ग्रुप हार रहा, कोई पुलिस पवा दे, फिर तो वो समझो भी हार गया। तो फिर वो की नतीजा निकलिया, मुकम्मल नहीं। और शहर फरीद के अंदर 1 to 1 जी बादियां जिंदगी च ये तो कितने मुकम्मल हो गई होंगी। खान असलम खान लखवेरा बा मुकाबला जड़ा बॉस ग्रुप होया शेख हुसैन का, ये भी बादियां मुकम्मल उड़ियां। पीर सलमान शाह बा मुकाबला चौधरी मुकाबला मुकम्मल उड़ियां। बाकी अज तक जिन्ने भी जड़े हुए हैं ये ना मुकम्मल ही रहे, जी हकीकत बात है, क्योंकि असं तो उत्थे जाने जी बिल्कुल एवं जी नहीं समझ आ रही सी। काफ़ी सारे ਜਿਹੜੇ ਨਾ ਦੋਸਤ ਸਾਨੂੰ ਕਮੈਂਟਸ ਵਿੱਚ ਵੀ ਪੁੱਛ ਰਿਹਾ ਸਨ ਕਿ ਯਾਰ ਅਗਰ ਫਰਜ਼ ਕੀਤਾ ਕਿ ਇਹ ਸਾਰੇ ਮਾਮਲਾਤ ਹੋ ਸਨ ਜਿਹੜੇ ਸਾਲਸ ਸਨ, ਇਹ ਉੱਤੇ ਉਸਤਾਦ ਮੂਨ ਦੇ ਪਿੰਡ ਦੇ ਸਨ ਜਾਂ ਬਾਹਰੋਂ ਆਏ ਹੋਏ ਸਾਲਸ ਸਨ ਜਾਂ ਤੁਹਾਡੇ ਤਲਕ ਵਾਲੇ ਸਨ, ਕੀ ਸੀ? ਨਹੀਂ, ਸਾਡਾ ਤਲਕ ਵਾਲਾ ਸਾਲਸ ਕੋਈ ਨਹੀਂ ਸੀ ਉੱਥੇ। ਜਿਹੜਾ ਪਹਿਲਾ ਪਰਚਾ ਲਿਖਿਆ ਗਿਆ ਸੀ ਉਹ ਚ ਮਿਰਜ਼ਾ ਜੇਦੀ, ਉਹ ਮੁਕਾਮੀ ਉੱਥੋਂ ਦਾ ਬੰਦਾ ਸੀ, ਉਹ ਨੁਮਾਇੰਦਾ ਬਣਾਇਆ ਸੀ ਵੀ ਜੋ ਇਹ ਸਾਡੀ ਤਰਫੋਂ ਕਰਾਏਗਾ ਮਨਜ਼ੂਰ। ਉਹਨਾਂ ਨੇ ਇੱਕ ਰਾਜਾ ਕੁੱਕੂ ਦਿੱਤਾ ਸੀ, ਉਹ ਨਾਲ ਦੇ ਨਵਾਹੀ ਚੱਕਦਾ ਸੀ ਇਹ ਸਾਡੀ ਤਰਫੋਂ ਇਹ ਜੋ ਕਰੇਗਾ। ਮੈਂ ਕਿ ਯਾਰ ਇਹ ਤੁਹਾਡੀ ਹਮਾਇਤ ਕਰੀ ਜਾਏਗਾ, ਸਾਡੀ ਕਰੀ ਜਾਏਗਾ, ਆਪਾਂ ਨੂੰ ਕੋਈ ਥਰਡ ਸਾਲਸ ਬਣਾਉਣਾ ਚਾਹੀਦਾ। ਫਿਰ ਉਹਨਾਂ ਨੇ 4-5 ਬੰਦਿਆਂ ਦੇ ਵਿੱਚੋਂ ਮੂਨ ਸਾਹਿਬ ਨੇ ਮਿਰਜ਼ਾ ਰਜ਼ਾ ਨੂੰ ਥਰਡ ਸਾਲਸ ਮੁਕਰਰ ਕੀਤਾ ਵੀ ਅਗਰ ਤਨਾਜ਼ਾ ਹੋ ਜਾਏਗਾ ਤੇ ਇਹਦੀ ਗੱਲ ਦੀ ਹੈਸੀਅਤ ਹੋਏਗੀ। ਉਹ ਉੱਥੇ 105 ਤੱਕ ਨਾਲ ਇਹਨਾਂ ਨੇ ਚੱਕਾ, ਉਹ ਮੁਕਾਮੀ ਸੀ। ਫਿਰ ਜਿਹੜਾ ਅਸੀਂ ਬੰਦਾ ਪੈਸੇ ਦੀ ਗਰੰਟੀ ਵਾਲਾ ਬੰਦਾ ਜਿੱਥੇ ਪੈਸੇ ਜਮ੍ਹਾਂ ਕਰਾਇਆ, ਉਹ ਵੀ ਉੱਥੋਂ 105 ਚੱਕ ਦਾ, ਉਹ ਵੀ ਕਸਵਾਲ ਦੇ ਸੀ, ਉਹ ਉਹਨਾਂ ਚੱਕਾਂ ਦੇ ਬੰਦੇ ਸੀ। ਮਕਸਦ ਆਪਣੇ ਇਲਾਕੇ ਸਾਡਾ ਕੋਈ ਬੰਦਾ ਬੂਰੇ ਵਾਲੇ ਦਾ ਨਹੀਂ ਸੀ, ਕੋਈ ਬੰਦਾ ਸ਼ਹਿਰ ਫਰੀਦ ਦਾ ਨਹੀਂ ਸੀ, ਕੋਈ ਬੰਦਾ ਰਿਨਾਲੇ ਦਾ ਨਹੀਂ ਸੀ, ਕੋਈ ਬੰਦਾ ਹਰ ਵਾਲੇ ਦਾ ਨਹੀਂ ਸੀ। ਇਹ ਜਿੰਨੇ ਬੰਦੇ ਮੁਅੱਜ਼ੀਨ ਨੇ ਜਿਹਨੇ ਫੈਸਲੇ ਚਾਹੇ ਨੇ ਜਾਂ ਜਿਨ੍ਹਾਂ ਨੇ ਬਾਜ਼ੀ ਦਾ ਫੈਸਲਾ ਕੀਤਾ, ਇਹ ਸਾਰੇ ਉੱਥੋਂ ਦੇ ਬੰਦੇ ਔਰ ਉਹਨਾਂ ਦੇ ਪ੍ਰਪੋਜ਼ ਕੀਤੇ, ਉਹਨਾਂ ਦੇ ਐਡਵਾਈਸ ਕੀਤੇ, ਜਿਹਨੂੰ ਅਸੀਂ ਵੀ ਓਕੇ ਕੀਤਾ। ਫਿਰ ਤਾਂ ਗੱਲ ਸਾਫ ਸਾਹਮਣੇ ਕਿ ਸਾਲਸ ਜਿਹੜਾ ਸਾਲਸ ਉਹਨਾਂ ਦਾ ਦੋਨੋਂ ਪਾਰਟੀਆਂ ਦੀ ਰਜ਼ਾਮੰਦੀ ਨਾਲ ਬਣਿਆ ਤੇ ਸਾਲਸ ਦਾ ਫੈਸਲਾ। ਬਲਕਿ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂ, ਸ਼ੇਖ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹਿਤੀ ਸੀ ਕਿ ਤੁਸੀਂ ਜੋ ਫੈਸਲਾ ਕਰਿਓਗੇ ਨਾ, ਚਲੇ ਜਾਓ, ਗੱਲ ਕਰ ਲਓ ਉਹਨਾਂ ਨਾਲ। ਜੋ ਫੈਸਲਾ ਸਾਨੂੰ ਦੇਣਗੇ ਨਾ ਜੀ, ਅਸੀਂ ਤੁਹਾਡਾ ਡਿਨਾਈ ਨਹੀਂ ਕਰਨਾ, ਤੁਸੀਂ ਸਾਲਸ ਹੋ। ਸਾਲਸ ਦਾ ਫੈਸਲਾ ਡਿਨਾਈ ਕਰਨਾ ਅਕਲਮੰਦੀ ਨਹੀਂ। ਸਹੀ ਅਪੀਲ ਤਾਂ ਤੁਸੀਂ ਕਰ ਸਕਦੇ ਹੋ, ਨਜ਼ਰਸਾਨੀ ਵੀ ਕਰ ਸਕਦੇ ਹੋ। ਜੀ ਸਰ, ਜਿਸ ਤਰ੍ਹਾਂ ਇਹਨਾਂ ਦੇ ਖਿਲਾਫ ਫੈਸਲਾ ਕੀਤਾ, ਇਹਨਾਂ ਨੂੰ ਚਾਹੀਦਾ ਸੀ ਇਹ ਕਿਰਦਾਰ ਕਸ਼ੀ ਕਰਨ ਦੀ ਬਜਾਏ ਉਹਨਾਂ ਨਾਲ ਗੱਲ ਕਰਦੇ ਕਿ ਤੁਸੀਂ ਜਜ਼ਬਾਤੀ ਫੌਰੀ ਜੋ ਕਰ ਦਿੱਤਾ ਫੈਸਲਾ,
ਜੀ। ਸਾਡਾ ਮੌਕੇ ਵੀ ਸੁਣਿਆ, ਸਾਡਾ ਵੀ ਲੇਕਿਨ ਤੁਸੀਂ ਕਹਿੰਦੇ ਬਿਲ ਮੁਸ਼ੱਫਾ ਤੇ ਉਹ ਰਾਜਾ ਰਾਏ ਅਦਰ ਤੇ ਉਹਨਾਂ ਦਾ ਰਾਜਾ ਕੁੱਕੂ ਆਏ ਬਿਲ ਮੁਸ਼ੱਫਾ ਗੱਲ ਚ, ਸਹੀ ਲੇਕਿਨ ਉਹਨਾਂ ਨੇ ਵੀ ਗੱਲ ਨਹੀਂ ਕੀਤੀ। ਜਿਸ ਵੇਲੇ ਸ਼ੇਖ ਸਾਹਿਬ ਉਹਨਾਂ ਨੇ ਕਮਿਸ਼ਨਰ ਸਾਹਿਬ ਦਾ ਜਿਹੜਾ ਹਵਾਲਾ ਦਿੱਤਾ ਜੀ। ਨਾ, ਅਸਲ ਬਣਾਉਂਦੇ ਕਮਿਸ਼ਨਰ ਸਾਹਿਬ ਦੇ ਮੂਵ ਕੀਤਾ ਉਹਨਾਂ ਨੇ। ਮੈਂ ਤਾਂ ਖੁਦ ਇਤਰਾਫ ਕੀਤਾ ਉੱਥੇ ਪੰਚਾਇਤ 'ਚ, ਜਦੋਂ ਲਿਖੇ ਗਈਆਂ ਸ਼ਰਤਾਂ ਸਹੀ। ਕਿ ਸ਼ੇਖ ਸਾਹਿਬ ਵੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਵੀ ਆਪਣੀ ਜ਼ਿੰਮੇਵਾਰੀ, ਕੋਸ਼ਿਸ਼ ਕਰੋ। ਲੇਕਿਨ ਮੁਕੰਮਲ ਜ਼ਿੰਮੇਵਾਰੀ ਮੁੰਡਾ ਸਾਹਿਬ ਦੀ ਸੀ, ਜਿਹੜੀ ਸੱਚ ਅੱਲਾ ਤਹਿਰੀਰ ਤੁਹਾਡੇ ਕੋਲ। ਹਾਂ ਬਿਲਕੁਲ ਜੀ, ਬਿਲਕੁਲ। ਲੇਕਿਨ ਉਹ ਜਿਸ ਵੇਲੇ ਉਹ ਗੱਲ ਕੀਤੀ ਤਾਂ ਸ਼ੇਖ ਸਾਹਿਬ ਨੇ ਕਿਹਾ ਬਿਲਕੁਲ ਮੈਂ ਮੇਰੀ ਮੂਨ ਨਾਲ ਮੁਲਾਕਾਤ ਹੋਈ ਹੈ ਟੈਲੀਫੋਨ ਤੇ। ਮੂਨ ਨੇ ਕਿਹਾ ਕਿ ਮੇਰੀ ਡੀਪੋ ਸਾਹਿਬ ਨਾਲ ਗੱਲ ਹੋ ਗਈ ਹੈ, ਸ਼ੇਖ ਸਾਹਿਬ ਹੁਣ ਕਮਿਸ਼ਨਰ ਦੀ ਬੇਸ਼ੱਕ ਤੁਸੀਂ ਨਾ ਗੱਲ ਕਰਨਾ। ਹੁਣ ਇਹ ਗੱਲ ਜਿਸ ਵੇਲੇ ਮੁਨਸਫਾ ਨੇ ਸੁਣੀ ਸ਼ੇਖ ਸਾਹਿਬ ਦੀ ਜ਼ੁਬਾਨੇ, ਫਿਰ ਉਹਨਾਂ ਨੇ ਆਪਣਾ ਮਾਈਂਡ ਚੇਂਜ ਕਰ ਲਿਆ ਵੀ ਮੂਨ ਤਾਂ ਬਿਲਕੁਲ ਮੁਕੰਮਲ ਜ਼ਿੰਮੇਦਾਰ ਸੀ, ਉਹ ਤਾਂ ਪਾਉਂਡਿਆਂ ਦੇ ਖਾਤੇ। ਇਸ ਵਾਸਤੇ ਫਿਰ ਉਹਨਾਂ ਨੇ ਬਾਜ਼ੀ ਦਾ ਫੈਸਲਾ ਤਾਂ ਅਨਾਉਂਸ ਕੀਤਾ। ਤੇ ਨਾਲੇ ਦੂਸਰੀ ਇੱਕ ਹੋਰ ਬਾਤ ਆ, ਅਸੀਂ ਇਹੋ ਜਿਹੀ ਬਾਜ਼ੀ ਨੂੰ ਪਸੰਦ ਵੀ ਨਹੀਂ ਕਰਦੇ ਕਿ ਜਿਹੜੀ ਬਗੈਰ ਜਥਾ ਤੋਂ ਲੈ ਲਈ ਜਾਏ। ਇਹ ਤਾਂ ਸ਼ਰਤ, ਉਹ ਸ਼ਰਤ ਦੇ ਜ਼ਰ ਚ ਆਏ ਨਾ, ਜਿਹੜੀ ਸ਼ਰਤ ਦੇ ਖੁਦ ਰਿਸਪੌਂਸਿਬਿਲਟੀ ਲਈ ਸੀ। ਹੋਰ ਅਸੀਂ ਆਖੀਏ ਕਿ ਨਹੀਂ ਜੀ ਨਹੀਂ, ਉਹ ਤਾਂ ਇਹ ਵੀ ਗੱਲਾਂ ਫਜ਼ੂਲ ਆ ਵੀ ਸਾਡਾ ਅਸਮਾਨ ਤੋਂ ਕੋਈ ਨਹੀਂ, ਫਿਰ ਦੋਨੋਂ ਕਬੂਤਰ ਜ਼ੀਰੋ। ਇਹ ਆ ਵੀ ਉਹ ਕਹਿੰਦੇ ਸਾਡਾ 631 ਤੇ ਬੈਠਾ, ਅਸੀਂ 5-5 ਤੇ ਬਿਠਾਇਆ। 450 ਵਾਲੀ ਗੱਲ ਵੀ ਗਲਤ ਆ। ਤੇ ਜਿਹੜੀ ਉਹ 1-1:15 ਵਜੇ ਫਤਲ ਹਸਨ ਦੀ ਗੱਲ ਕੀਤੀ ਆ ਵੀ ਛਤਰੀ ਲਾਈਟ ਬਹਿੰਦੀ ਫਿਰਦੀ ਬੈਠ ਗਈ, ਉਹ ਤਾਂ 100% ਦੀ ਹਕੀਕਤ ਨਾਲ ਤਲਕ ਹੀ ਨਹੀਂ ਉਸ ਗੱਲ ਦਾ। ਜੇ ਸਾਡੇ ਮੁਹਤਰਮ ਹੁਣ ਜਿਹੜੀਆਂ ਬਾਜ਼ੀਆਂ ਬਸ ਹੁਣ ਮੁਕੰਮਲ ਤੌਰ ਤੇ ਡੀ ਐਂਡ ਜੇ ਉੱਥੇ ਹਾਲਾਤ ਇਹ ਹੋਏ ਕਿ ਅਗਲੇ ਦਿਨ ਇਹਨਾਂ ਨੇ ਫਿਰ ਕੀਤੀ ਨਾ ਗੱਲ ਕਿ ਵੀ ਸੁਬਾਹ ਅਸੀਂ ਬਾਜ਼ੀ ਛੱਡਣੀ। ਜੀ ਸਰ। ਅਸੀਂ ਤਾਂ ਨਹੀਂ ਕਹਿ ਸਕਦੇ, ਸਾਨੂੰ ਤਾਂ ਸਾਲ ਕਿ ਜਾਓ ਤੁਸੀਂ। ਜੀ ਸਰ। ਤੇ ਉਸ ਸਵੇਰੇ ਪੁਲਿਸ ਆ ਗਈ ਸੁਬਾਹ ਇਹਨਾਂ ਦੇ ਉਸ ਜਿਹੜੀ ਇਹਨਾਂ ਨੇ ਹਾਂਜੀ ਉਹ ਤੁਸੀਂ ਸੁਣਿਆ। ਹਾਂਜੀ ਬਸ ਪੁਲਿਸ ਨੇ ਆ ਕੇ ਇਹਨਾਂ ਨੂੰ ਦੇਖਿਆ, ਬਾਜ਼ੀ ਤਾਂ ਨਹੀਂ ਉੜੀ ਸੀ ਕੋਈ। ਉਹਨਾਂ ਨੇ ਮਸਜਿਦ ਜਾ ਕੇ ਮਾਈਕ ਫੜ ਕੇ ਉਹਨਾਂ ਨੇ ਐਲਾਨ ਕੀਤਾ ਵੀ ਐਸਓਚਓ ਸਾਹਿਬ ਕਸੂਵਾਲ ਦਾ ਹੁਕਮ ਆ, ਅਗਰ ਬਾਜ਼ੀ ਛੱਡੀ ਤਾਂ ਕਾਨੂੰਨੀ ਕਾਰਵਾਈ ਕਰਾਂਗੇ। ਇਹ ਵੀ ਰਿਕਾਰਡ ਦੀ ਬਾਤ ਆ। ਹਾਂਜੀ ਉਹ ਬਿਲਕੁਲ। ਹੁਣ ਇਸ ਹਾਲਾਤ ਦੇ ਵਿੱਚ ਕੌਣ ਬੰਦਾ ਗਿੱਲੇ ਧੰਨ ਪੈਰ ਰੱਖਿਆ, ਮੁਸ਼ਕਿਲ ਪਵੇ, ਮੁਸੀਬਤ ਪਵੇ। ਸਹੀ ਗੱਲ। ਜਦੋਂ ਬੜਾ ਆਪਰੇਸ਼ਨ ਜਾਂ ਤਾਂ ਉਸ ਆਪਰੇਸ਼ਨ ਦਾ ਰੱਦ-ਅਮਲ ਫੌਰੀ ਕੋ ਆ ਜਾਂਦਾ। ਸਹੀ। ਕਿ ਬਿਤਲਾ ਆ ਜਾਂਦੇ ਵੀ ਨਹੀਂ ਚਲੋ ਜੋ ਹੋ ਗਿਆ ਉਹ ਗਲਤ ਹੋ ਗਿਆ, ਗਲਤਫਹਿਮੀ ਤੇ ਹੋਇਆ, ਸਾਨੂੰ ਗਲਤ ਹੋਈ। ਗੱਲਾਂ ਤਾਂ ਹੋਈਆਂ ਕਿ ਇਹ ਅਸੀਂ ਉਹਨਾਂ ਬਿਆਨਾਂ ਦੀ ਪਕੜ 'ਚ ਆਏ ਆ ਜਿਹੜੇ ਬਿਆਨ ਟਿਕਟੌਕ ਤੇ ਅਸੀਂ 22 ਲੱਖ ਵਾਲੇ ਦਿੱਤੇ। ਅਸਲ ਗੱਲ ਹਕੀਕਤ ਇਹ ਆ ਕਿ ਇਹ ਜਦੋਂ ਬੜੀਆਂ ਬਾਜ਼ੀਆਂ ਦੇ ਛੁਪਾਈਏ ਨਾ ਇਹਨਾਂ ਨੇ ਚੀਜ਼ਾਂ ਨੂੰ, ਇਹ ਬਾਜ਼ੀ ਮੁਕੰਮਲ ਨਹੀਂ ਹੋ ਸਕਦੀ। ਅਸੀਂ ਉਹਨਾਂ ਨੂੰ ਛੁਪਾਇਆ ਨਹੀਂ, ਉਹਨਾਂ ਨੂੰ ਮੰਦਰ ਆਮ ਤੇ ਲੈ ਆਂਦਾ, ਉਹਨਾਂ ਨੂੰ ਕਾਨੂੰਨ ਦੀ ਜਿਹੜੇ ਮੁਹਾਫਿਜ਼ ਨੇ ਉਹਨਾਂ ਨੂੰ ਮੌਕਾ ਮਿਲ ਗਿਆ।